ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚਕਰ ਚਹਨਿਆਰ ਬਰਨ ਜਾਤ ਅਰ ਪਾਤ ਨਹਨ ਜਿਹੇ ਰੂਪ ਰੰਗ ਅਰ ਰੇਖ ਏਕ ਕੋ ਕਹਿ ਨ ਸਕਤ ਕੇਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਪ੍ਰਭ ਜੀ ਤੋ ਕਹਿ ਲਾਜ ਹਮਾਰੀ ਨੀਲਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ ਪਰਮ ਪੁਰਖ ਪਰਮੇਸ਼ਰ ਸੁਆਮੀ ਪਾਵਨ ਪਉਨ ਆਹਾਰੀ ਮਾਧਵ ਮਹਾਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ ਨਿਰਭਕਾਰ ਨਿਰਜੁਰ ਨਿੰਦਰਾ ਬਿਨ ਨਿਰਭਿਖ ਨਰਕ ਨਿਵਾਰੀ ਕਿਰਪਾ ਸਿੰਧ ਕਾਲ ਤ੍ਰੈ ਦਰਸੀ ਕੁਕਰਿਤ ਪਰ ਨਾਸਨਕਾਰੀ ਤਨ ਰੂਪਾਨ ਤ੍ਰਿਤਮਾਨ ਧਰਾ ਧਰ ਅਨ ਬਿਕਾਰ ਅਸ ਧਾਰੀ ਹੋ ਮਤ ਮੰਦ ਚਰਨ ਸ਼ਰਣਾਗਤ ਕਰ ਗਹਿ ਲਿਹੋ ਉਭਾਰੀ ਹੋ ਮਤ ਮੰਦ ਚਰਨ ਸ਼ਰਣਾਗਤ ਕਰ ਗਹਿ ਲਿਹੋ ਉਭਾਰੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖ ਬਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਦੇਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਕੋ ਸ਼ਰਣਾਈ ਸਕਹੁ ਟਲ ਗੁਰ ਸੇਵੀਐ ਅਹਨਸ ਸਹਜ ਦਰਸ਼ਨ ਪਰਸੈ ਗੁਰੂ ਕੈ ਜਨਮ ਹੋਵੈ ਸਿਫਤ ਖਸੰਮਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੇ ਕਟੀਐ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾਂਦੈ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੋ
ਵਾਹਿਗੁਰੂ ਸਾਹਿਬ ਜੀ। ਆਸਾ ਮੇਰੀ ਬਹੁਰੀਆ ਕੋ ਧਨੀਆ ਨਾਉ, ਲੈ ਰਾਖਿਓ ਰਾਮ ਜਨੀਆਂ ਨਾਉ। ਮੇਰੀ ਬਹੁਰੀਆ ਕੋ ਧਨੀਆ ਨਾਉ, ਲੈ ਰਾਖਿਓ ਰਾਮ ਜਨੀਆਂ ਨਾਉ। ਇਨ੍ਹਾਂ ਮੁੰਡੀਆਂ ਮੇਰਾ ਘਰ ਤੁੰਦਰਾਵਾ, ਬਿਟਵੈ ਰਾਮ ਰਮਊਆ ਲਾਵਾ। ਰਹਾਉ ਕਹਿਤ ਕਬੀਰ, ਸੁਨਹੁ ਮੇਰੀ ਮਾਏ। ਇਨ ਮੁੰਡੀਆਂ ਮੇਰੀ ਜਾਤ ਗਵਾਏ। ਕਹਿਤ ਕਬੀਰ, ਸੁਨਹੁ ਮੇਰੀ ਮਾਏ। ਇਨ ਮੁੰਡੀਆਂ ਮੇਰੀ ਜਾਤ ਗਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सत्कारयोग सन्मानयोग गुरु की साजी और नवाजी हुई गुरु का खास रूप गुरु खालसा साध संगत जीओ। तंता दे पात्र हो कि अमृत वेले तो दीन दुनिया दे मालक सतगुरु श्री गुरु ग्रंथ साहिब जी की पवित्र हजूरी च हाजरियां भर के अपने जीवन दियां घड़ियां गुरु लेखे ला के सफला कर रहे। तुर्की अकाली बाणी श्री आसा जी दी वार दे शब्द कीर्तन रागी सिंघां दी रसना तो बहुत ही अदब सत्कार सहित आप जी ने सरवण कीते हैं। कबीर जी महाराज जी ने अज दे पावन पवित्र श्री मुखवाक दी दात सानू बख्शिश कीती है। धन श्री गुरु ग्रंथ साहब जी महाराज जी का अज का यह मुख वाक है। कबीर जी महाराज जी की संगत सतपुरुषों के नाल हमेशा बनी रहिंदी सी। घर विच अक्सर ऐसे नाम रसियां का आउणा जाना लगा रहिंदा। कबीर जी महाराज उन्हां महापुरुषां साधुआं की सेवा टहल च भी रहिंदे ने, क्योंकि धार्मिक स्थान ते रहिंदे सी बनारस। ते जिहड़ा भी कबीर जी बारे सुनदा सी वो घर जरूर आउंदा सी। चंगे चंगे साधु महात्मा जिन्हां दी संगत विच बैठिया कबीर जी घंटियां बधी चर्चा करदे। कबीर जी की जिहड़ी माता सी उन्हें वेख्या कि घर का माहौल पहला वर्गा नहीं। जुलाहे सी पहला खड्डी दे उत्ते कपड़ा बुनना आदि इदां दीयां प्रक्रियावां सी। घर विच कुछ तब्दीली वेखी। कदे जुलाहियां ने शूदरां ने भजन कीता ही नहीं सी। समाज ने उस वेले दे समाज ने शूदरां नूं हक ही नहीं सी दिता भगती करन दा। एकदम कबीर जी भगती दे रंग विच रंगे हुए महापुरुष साधु ना पढ़ाउंदे। सुभावक सी कि माता ने वेख के ये तब्दीली सोचना ही सी। ਜਿਹੜੇ ਉਹ महापुरुष महात्मा घर ਵਿੱਚ ਆਉਂਦੇ ਸਨ। कबीर जी की धर्म सुपत्नी माता लोई बड़े प्यार नाल बड़े अदब नाल उन्हां दी सेवा करदी।
ਜਿਵੇਂ ਕਬੀਰ ਜੀ ਰੰਗੇ ਰੰਗੇ ਰਹਿੰਦੇ ਭਗਤੀ ਵਿੱਚ, ਉੱਦਾਂ ਮਾਈ ਲੋਈ ਵੀ ਕੋਈ ਛੋਟੀ ਅਵਸਥਾ ਨਹੀਂ। ਉਹ ਵੀ ਆਪਣੇ ਪਤਵਰਤਾ ਧਰਮ ਦੀ ਪਾਲਣਾ ਕਰਕੇ ਪ੍ਰਭੂ ਭਗਤੀ 'ਚ ਲੀਨ ਰਹਿ ਕੇ ਆਏ ਹੋਏ ਮਹਾਂਪੁਰਸ਼ਾਂ ਸਾਧੂਆਂ ਦੀ ਸੇਵਾ ਟਹਿਲ ਕਰਨੀ, ਜਲ ਪਾਣੀ ਛਕਾਉਣਾ, ਭੋਜਨ ਦਾ ਪ੍ਰਬੰਧ ਕਰਨਾ। ਜਿਹੜੇ ਉਹ ਮਹਾਂਪੁਰਸ਼ ਮਹਾਤਮਾ ਆਉਂਦੇ ਸਨ, ਉਹ ਲੋਈ ਨੂੰ ਕਹਿਣ ਲੱਗ ਪਏ ਤਾਂ ਰਾਮ ਜਨੀ, ਰਾਮ ਜਨੀ, ਜਿਵੇਂ ਰਾਮ ਦੇ ਜਨ ਹੁੰਦੇ ਆ, ਇਸਤਰੀ ਹੈ ਜਨੀ, ਰਾਮ ਦੀ ਜਣੀ ਹੋਈ ਪਰਮੇਸ਼ਰ ਦੀ ਭਗਤ ਹੈ। ਹੁਣ ਉਸ ਵੇਲੇ ਰਾਮ ਜਨੀ ਜਿਹੜਾ ਸ਼ਬਦ ਸੀ, ਉਹ ਠਾਕੁਰਾਂ ਦੇ ਘਰਾਂ ਵਿੱਚ ਰਹਿਣ ਵਾਲੀਆਂ ਜਿਹੜੀਆਂ ਰਖੇਲਾਂ ਹੁੰਦੀਆਂ ਸਨ, ਵੇਸ਼ਵਾਵਾਂ ਵਾਸਤੇ ਵੀ ਇਹ ਸ਼ਬਦ ਵਰਤਿਆ ਜਾਂਦਾ ਸੀ, ਰਾਮ ਜਨ। ਹੁਣ ਉਹ ਮਹਾਂਪੁਰਸ਼ ਤਾਂ ਉੱਦਾਂ ਸੁਭਾਵਕ ਇਹਨੂੰ ਮਾਤਾ ਲੋਈ ਨੂੰ ਰਾਮ ਜਨੀ ਕਹਿੰਦੇ ਸੀ ਵੀ ਇਹ ਰਾਮ ਦੀ ਜਾਨ ਹੈ, ਪਰਮੇਸ਼ਰ ਦੀ ਭਗਤ ਹੈ। ਹੁਣ ਮਾਤਾ ਲੋਈ ਦੀ ਜਿਹੜੀ ਸੱਸ ਮਾਤਾ ਸੀ, ਕਬੀਰ ਜੀ ਦੀ ਮਾਈ, ਉਹਨੂੰ ਬੜਾ ਗੁੱਸਾ ਆਉਂਦਾ ਸੀ ਇਹ ਸੁਣ ਕੇ। ਉਸ ਵੇਲੇ ਜੋ ਉਸ ਮਾਈ ਨੇ ਸ਼ਬਦ ਕਹੇ, ਮਾਈ ਕਬੀਰ ਜੀ ਦੀ ਮਾਈ ਨੇ, ਉਹ ਪਹਿਲੀਆਂ 4 ਪੰਕਤੀਆਂ ਵਿੱਚ ਜਿਹੜਾ ਇਹ ਸ਼ਬਦ ਅੱਜ ਦਾ ਮੁੱਖ ਵਾਕ ਹੈ, ਉਹ ਕਬੀਰ ਜੀ ਦੀ ਮਾਤਾ ਵੱਲੋਂ ਕਹੇ ਹੋਏ ਬੋਲ ਨੇ। ਅੱਗੇ ਕਬੀਰ ਜੀ ਨੇ ਸ਼ਬਦ ਉਚਾਰੇ ਨੇ। ਕਬੀਰ ਜੀ ਨੇ ਆਪਣੀ ਮਾਤਾ ਵੱਲੋਂ ਕਹੇ ਹੋਏ ਬੋਲਾਂ ਦਾ ਵੇਰਵਾ ਗੁਰਬਾਣੀ 'ਚ ਦਿੱਤਾ। ਜਦੋਂ ਕਹਿੰਦੇ ਸੁਨੋ ਜਠਾਨੀ ਸੁਨੋ ਦਰਾਨੀ, ਅਚਰਜ ਏਕ ਭਇਓ, ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖ ਨਾ ਭਇਓ, ਹਮਾਰੀ ਕੁਲ ਕਉਨੇ ਰਾਮ ਕਹਿਓ। ਉਹ ਕਬੀਰ ਜੀ ਦਾ ਸ਼ਬਦ ਹੈ, ਪਰ ਉਹਨਾਂ ਦੀ ਮਾਤਾ ਨੇ ਜੋ ਕਿਹਾ ਸੀ, ਕਬੀਰ ਜੀ ਨੇ ਉਹ ਸ਼ਬਦ ਉਚਾਰਿਆ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਕਬੀਰ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਪਾਵਨ ਸ਼ਬਦ ਵਿਚਾਰਨ ਤੋਂ ਪਹਿਲਾਂ ਆਪਣੀਆਂ ਹਾਜ਼ਰੀਆਂ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮੇਰੀ ਬਹੁਰੀਆ ਕੋ ਧਨੀਆ ਨਾਓ। ਕਬੀਰ ਜੀ ਦੀ ਮਾਤਾ ਕਹਿੰਦੀ ਵੀ ਮੇਰੀ ਬਹੁ ਰਾਣੀ, ਮੇਰੀ ਨੂੰਹ ਰਾਣੀ ਦਾ ਨਾਂ ਐਡਾ ਸੋਹਣਾ ਸੀ, ਧਨੀਆ, ਧਨਵੰਤੀ। ਨਾਂ ਤਾਂ ਲੋਈ ਸੀ। ਉਹ ਕਹਿੰਦੀ ਐਡਾ, ਜਿਵੇਂ ਆਪਾਂ ਕਹਿ ਦਿੰਦੇ ਵੀ ਭਾਗਾਂ ਵਾਲਾ ਨਾਂ ਸੀ ਲੋਈ, ਨਾਂ ਬੜਾ ਪਿਆਰਾ ਨਾਂ ਹੈ। ਤੇ ਭਾਗਾਂ ਵਾਲੀ ਕਹਿਣਾ ਹੋਵੇ ਤੇ ਧਨਵੰਤੀ ਵੀ ਕਹਿ ਦਿੰਦੇ ਆ। ਉਹ ਕਹਿੰਦੀ ਮੇਰੀ ਨੂੰਹ ਰਾਣੀ ਦਾ ਨਾਂ ਐਡਾ ਸੋਹਣਾ ਸੀ, ਧਨਵੰਤੀ। ਆ ਜਿਹੜੇ ਵੇਲੜ ਜੇ ਆ ਜਾਂਦੇ ਆ ਘਰ ਸਾਡੇ, ਆਮ ਕਰਕੇ ਨਾਲ ਮਨਮੁਖਾਂ ਸਾਖਤਾਂ ਦੀ ਬਿਰਤੀ ਹੁੰਦੀ ਹੈ। ਉਹ ਸਾਧੂਆਂ ਨੂੰ ਵੇਲੜਾਂ ਦਾ ਲਾਣਾ ਕਹਿੰਦੇ ਅੱਜ ਕੱਲ ਦੇ ਸਮੇਂ 'ਚ। ਜਿਹੜੇ ਸਾਧੂ ਹੁੰਦੇ ਆ ਭਜਨ ਕਰਨ ਵਾਲੇ, ਉਹਨਾਂ ਬਾਬਤ ਲੋਕਾਂ ਦਾ, ਬਹੁਤਿਆਂ ਦਾ, ਸਾਰਿਆਂ ਦਾ ਨਹੀਂ ਹੈ, ਕਈਆਂ ਦਾ ਇਹ ਨਜ਼ਰੀਆ ਵੀ ਇਹ ਤਾਂ ਵੇਲੜ ਸਾਧ ਨੇ। ਅੱਜ ਤੋਂ ਸੈਂਕੜੇ ਸਾਲ ਪਹਿਲਾਂ ਮਹਾਤਮਾ ਬੁੱਧ ਇਹਦਾ ਜਵਾਬ ਦੇ ਕੇ ਗਏ ਸੀ। ਮਹਾਤਮਾ ਬੁੱਧ ਭਿਕਸ਼ਾ ਲੈ ਕੇ ਭੋਜਨ ਕਰਦੇ ਸੀ। 3 ਘਰਾਂ 'ਚ ਭਿਕਸ਼ਾ ਮੰਗਣੀ, ਪਹਿਲੇ 'ਚ ਨਹੀਂ ਮਿਲੀ ਤਾਂ ਦੂਜੇ ਵਿੱਚ, ਦੂਜੇ 'ਚ ਨਹੀਂ ਮਿਲੀ ਤਾਂ ਤੀਜੇ ਵਿੱਚ, ਜੇ ਤੀਜੇ ਘਰੋਂ ਵੀ ਨਹੀਂ ਮਿਲੀ ਤੇ ਫਿਰ ਅਗਲੇ ਦਿਨ, ਉਸ ਦਿਨ ਫਿਰ ਚੌਥੇ ਘਰ ਨਹੀਂ ਸੀ ਮੰਗਦੇ। ਇਹ ਨਿਯਮ ਸੀ ਉਹਨਾਂ ਦਾ। ਅੱਜ ਵੀ ਬਹੁਤ ਸਾਰੇ ਐਸੇ ਸੰਨਿਆਸੀ ਮਹਾਤਮਾ ਸਾਧੂ ਹਨ ਜਿਹੜੇ ਭਿਕਸ਼ਾ ਲੈ ਕੇ ਖਾਂਦੇ ਨੇ। ਉਹਨਾਂ ਦਾ ਇਹ ਨੇਮ ਹੈ ਕਿ ਉਹ 3 ਘਰਾਂ 'ਚੋਂ ਮੰਗਦੇ ਆ, ਚੌਥੇ 'ਚ ਨਹੀਂ।
ਪਹਿਲੇ 'ਚ ਮਿਲ ਜੇ ਤਾਂ ਪਹਿਲੇ 'ਚ ਲੈ ਕੇ ਛਕ ਲੈਣਾ, ਫਿਰ ਦੂਜੇ ਕੋਲ ਨਹੀਂ ਜਾਣਾ, ਤੀਜੇ ਕੋਲ ਨਹੀਂ ਜਾਣਾ। ਸਬਰ ਸੰਤੋਖ ਸੀ। ਮਹਾਤਮਾ ਬੁੱਧ ਇੱਕ ਦਿਨ ਇੱਕ ਨਗਰ ਵਿੱਚ ਭਿਕਸ਼ਾ ਲੈਣ ਗਏ। ਤੇ ਜਾ ਕੇ ਇੱਕ ਘਰ ਵਿੱਚ ਜ਼ਿਮੀਂਦਾਰ ਦਾ ਘਰ ਸੀ, ਉਹਦੇ ਕੋਲੋਂ ਭੋਜਨ ਮੰਗਿਆ। ਅੱਗੋਂ ਜ਼ਿਮੀਂਦਾਰ ਬੋਲਿਆ, ਉਹ ਤੂੰ ਵਿਹਲੜ ਸਾਧ ਹੈ, ਵੀ ਹੱਥ ਪੈਰ ਤੇਰੇ ਚੰਗੇ ਭਲੇ ਸਲਾਮਤ ਨੇ, ਮੰਗ ਕੇ ਖਾਣਾ, ਤੈਨੂੰ ਸ਼ਰਮ ਨਹੀਂ ਆਉਂਦੀ? ਮਹਾਤਮਾ ਬੁੱਧ ਅੱਗੋਂ ਬਿਲਕੁਲ ਚੁੱਪ ਤੇ ਸ਼ਾਂਤ, ਚਿਹਰਾ ਵੀ ਐਨ ਨਜ਼ਰ ਆਉਂਦਾ ਸੀ ਵੀ ਕੋਈ ਹੈ ਗੱਲ। ਜ਼ਿਮੀਂਦਾਰ ਕੋਲੋਂ ਨਹੀਂ ਰਿਹਾ ਗਿਆ, ਕਹਿੰਦਾ ਚੱਲ ਆ ਜਾ, ਬੈਠ ਜਾ। ਬਿਠਾ ਲਿਆ। ਰਸੋਈ 'ਚ ਗਿਆ, 2-4 ਪ੍ਰਸ਼ਾਦੇ ਲਿਆਇਆ। ਪ੍ਰਸ਼ਾਦੇ ਲਿਆ ਕੇ ਮਹਾਤਮਾ ਬੁੱਧ ਨੂੰ ਦੇਣ ਲੱਗਾ ਤੇ ਪ੍ਰਸ਼ਾਦਾ ਦੇਣ ਤੋਂ ਪਹਿਲਾਂ ਹੱਥ 'ਚ ਹੀ ਫੜੇ ਤੇ ਕਹਿੰਦਾ, ਤੈਨੂੰ ਮੈਂ ਇੰਨੀਆਂ ਗਾਲਾਂ ਕੱਢੀਆਂ, ਗੁੱਸਾ ਨਹੀਂ ਲੱਗਾ ਤੈਨੂੰ? ਇਹਨੇ ਤੈਨੂੰ ਬੁਰੇ ਭਲੇ ਬੋਲ ਕਹੇ ਨੇ, ਤੈਨੂੰ ਮਾੜਾ ਨਹੀਂ ਲੱਗਾ? ਮਹਾਤਮਾ ਬੁੱਧ ਕਹਿਣ ਲੱਗੇ, ਇਹ ਪ੍ਰਸ਼ਾਦਾ ਤੇਰੇ ਹੱਥਾਂ ਵਿੱਚ ਹੈ, ਤੇਰਾ? ਕਹਿੰਦਾ ਹਾਂ। ਜਦੋਂ ਮੇਰੇ ਹੱਥਾਂ 'ਚ ਫੜਾ ਦੇਗਾ ਉਦੋਂ ਮੇਰਾ ਹੋਵੇਗਾ, ਜੇ ਮੈਂ ਫੜਾਂਗਾ ਤਾਂ ਮੇਰਾ ਹੋਵੇਗਾ ਨਾ। ਜਦੋਂ ਤੱਕ ਤੂੰ ਆਪਣੇ ਹੱਥਾਂ 'ਚ ਫੜੀ ਬੈਠਾ ਤੇ ਮੇਰਾ ਹੈ ਹੀ ਨਹੀਂ। ਮੈਂ ਲਵਾਂਗਾ ਤੇ ਮੇਰਾ ਹੋਵੇਗਾ ਨਾ। ਜਿੰਨੀਆਂ ਗਾਲਾਂ ਤੂੰ ਹੁਣ ਤੱਕ ਕੱਢੀਆਂ ਨੇ ਮੈਂ ਗ੍ਰਹਿਣ ਹੀ ਨਹੀਂ ਕੀਤੀਆਂ, ਤੇ ਮੇਰੀਆਂ ਕਿਵੇਂ ਹੋਈਆਂ? ਉਹ ਤਾਂ ਤੇਰੀਆਂ ਤੇਰੇ ਕੋਲ ਹੀ ਰਹਿ ਗਈਆਂ, ਮੈਂ ਤਾਂ ਲਈਆਂ ਹੀ ਨਹੀਂ। ਜ਼ਿਮੀਂਦਾਰ ਇੱਕਦਮ ਚੱਕਰਤ ਹੋਇਆ ਵੀ ਗੱਲ ਤਾਂ ਬੜੀ ਟਿਕਾਣੇ ਦੀ ਕਹੀ। ਉਹ ਬਹਿ ਗਿਆ ਕੋਲ, ਪ੍ਰਸ਼ਾਦੇ ਦੇ ਕੇ ਕਹਿਣ ਲੱਗਾ, ਪ੍ਰਸ਼ਾਦਾ ਰੱਖ ਵੀ ਦਿੱਤਾ, ਮਹਾਤਮਾ ਬੁੱਧ ਛਕਣ ਲੱਗੇ। ਫਿਰ ਬੋਲਿਆ, ਕਹਿੰਦਾ ਤੁਹਾਨੂੰ ਥੋੜੀ ਬਹੁਤੀ ਤਾਂ ਲਾਜ ਆਉਂਦੀ ਹੋਣੀ ਹੈ ਵੀ ਮੈਂ ਮਿਹਨਤ ਕੀਤੀ, ਹਲ ਵਾਏ ਨੇ, ਗਰਮੀਆਂ ਸਰਦੀਆਂ ਸਰੀਰ ਤੇ ਚੱਲੀਆਂ ਨੇ, ਬੀਜ ਬੀਜਿਆ, ਗੁਡਾਈ ਕੀਤੀ ਹੈ, ਤਾਂ ਜਾ ਕੇ ਫਸਲ ਪੱਕੀ ਤੇ ਘਰ ਲਿਆਂਦੀ, ਤੇ ਹੁਣੇ 2 ਪ੍ਰਸ਼ਾਦੇ ਤੂੰ ਕੁਝ ਵੀ ਨਹੀਂ ਕੀਤਾ, ਆ ਕੇ ਮੇਰੇ ਕੋਲੋਂ ਲੈ ਕੇ ਛਕਣ ਲੱਗ ਪਿਆ। ਤੂੰ ਤਾਂ ਮਿਹਨਤ ਕੀਤੀ ਨਹੀਂ, ਤੇ ਮੈਨੂੰ ਕੀ ਫਾਇਦਾ ਹੋਇਆ ਤੈਨੂੰ 2 ਪ੍ਰਸ਼ਾਦੇ ਛਕਾ ਕੇ? ਮਿਹਨਤ ਮੇਰੀ, ਖਾ ਤੂੰ ਰਿਹਾ। ਮਹਾਤਮਾ ਬੁੱਧ ਬੋਲੇ, ਜ਼ਿਮੀਂਦਾਰਾ ਮੈਂ ਵੀ ਕੀਤਾ ਹੈ, ਤੂੰ ਤਾਂ ਮਿੱਟੀ ਵਾਹੀ ਹੈ ਨਾ, ਮੈਂ ਜਿਹੜੀ ਪਥਰੀਲੀ ਭੂਮੀ ਸੀ ਉਹਦੇ 'ਚ ਹਲ ਫੇਰਿਆ, ਬੜੀ ਮਿਹਨਤ ਕੀਤੀ, ਮਸ਼ੱਕਤ ਘਾਲ ਕੇ ਉਸ ਪਥਰੀਲੀ ਜਗ੍ਹਾ ਨੂੰ ਵਾਹ ਕੇ ਕੋੜ ਕੇ ਉਹਦੇ 'ਚ ਬੀਜ ਬੀਜਿਆ। ਜਿਹੜੀ ਮੈਂ ਖੇਤੀ ਕੀਤੀ ਹੈ ਔਰ ਤੂੰ ਕੀਤੀ ਹੈ, ਉਹਦੇ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਤੂੰ ਇਹ 2 ਪ੍ਰਸ਼ਾਦੇ ਦਿੱਤੇ ਨੇ, ਇਹਦੇ ਬਦਲੇ ਵਿੱਚ ਜਿਹੜੀ ਖੇਤੀ ਮੈਂ ਕੀਤੀ ਹੋਈ ਹੈ ਉਹਦੇ ਵਿੱਚੋਂ 2 ਕਣ ਮੈਂ ਤੈਨੂੰ ਵੀ ਦੇ ਜਾਣੇ ਨੇ, ਤੇਰਾ ਉਹਨੇ ਨਾਲ ਹੀ ਪਾਰ ਉਤਾਰਾ ਹੋ ਜਾਣਾ। ਇਹ ਆਦਾਨ ਪ੍ਰਦਾਨ ਹੈ। ਤੂੰ ਇਹ ਪ੍ਰਸ਼ਾਦੇ ਦੇ ਰਿਹਾ, ਮੈਂ ਬਦਲੇ 'ਚ ਦੁਆ ਕਰਨੀ ਹੈ ਤੇਰੇ ਲਈ, ਤਾਂ ਫਿਰ ਕਿਹਨੇ ਕਿਸ ਨੂੰ ਕੀ ਦਿੱਤਾ ਇਹ ਤੂੰ ਆਪ ਅੰਦਾਜ਼ਾ ਲਾ ਲੈ। ਤੇਰੇ 2 ਪ੍ਰਸ਼ਾਦੇ ਵੱਧ ਕੀਮਤੀ ਨੇ, ਜਾਂ ਜੋ ਦੁਆ ਪਰਮੇਸ਼ਰ ਦੇ ਚਰਨਾਂ 'ਚ ਜਿਹੜੀ ਮੈਂ ਪਥਰੀਲੀ ਜ਼ਮੀਨ ਬੀਜ ਬੀਜ ਕੇ ਮਨ ਇਕਾਗਰ ਕੀਤਾ, ਉਹਦੇ ਵਿੱਚੋਂ ਨਿਕਲੀ ਅਸੀਸ ਤੇਰੇ ਲਈ ਕਿੰਨੀ ਲਾਹੇਵੰਦ ਹੈ, ਇਹਦਾ ਅੰਦਾਜ਼ਾ ਹੁਣ ਤੂੰ ਲਾ। ਲੋਕਾਂ ਦਾ ਨਜ਼ਰੀਆ ਇਹੋ ਜਿਹਾ ਬਣ ਚੁੱਕਾ ਵੀ ਇਹ ਸਾਧ ਵਿਹਲੜ ਨੇ, ਹੋਣਗੇ ਪਖੰਡੀ ਦੰਭੀ। ਮੈਂ ਐਸਾ ਨਹੀਂ ਕਹਿੰਦਾ ਸਾਰੇ ਸਾਧੂ ਹੁੰਦੇ ਐ, ਪਰ ਸਾਰਿਆਂ ਨੂੰ ਇੱਕੋ ਛਾਬੇ 'ਚ ਤਕੜੀ 'ਚ ਪਾ ਕੇ ਤੋਲਣਾ ਯੋਗ ਨਹੀਂ ਹੈ। ਲੋਕਾਂ ਦਾ ਇਹ ਨਜ਼ਰੀਆ, ਕਬੀਰ ਜੀ ਦੀ ਮਾਈ ਵੀ ਕਹਿੰਦੀ ਹੈ, ਲੈ ਰਾਖਿਓ ਰਾਮ ਜਨੀਆਂ ਨਾਓ। ਆ ਜਿਹੜੇ ਵਿਹਲੜ ਸਾਧ ਆਉਂਦੇ ਆ ਘਰ ਸਾਡੇ, ਇਹਨਾਂ ਮੇਰੀ ਨੂੰਹ ਰਾਣੀ ਦਾ ਐਡਾ ਸੋਹਣਾ ਨਾਂ ਸੀ ਧਨਵੰਤੀ, ਇਹਨਾਂ ਨੇ ਰਾਮ ਜਨੀ ਨਾਂ ਰੱਖ ਦਿੱਤਾ।
ਰਾਮ ਜਨੀ ਦਾ ਵੇਸ਼ਵਾ ਨੂੰ ਕਹਿੰਦੇ ਵੀ ਇਹਨਾਂ ਨੂੰ ਸ਼ਰਮ ਨਹੀਂ, ਲਾਜ ਨਹੀਂ। ਹਾਲਾਂਕਿ ਰਾਮ ਜਨੀ ਸ਼ਬਦ ਤਾਂ ਪਰਮਾਤਮਾ ਦਾ ਵਾਚਕ ਹੋ ਗਿਆ ਨਾ, ਵੀ ਰਾਮ ਦੀ ਪੈਦਾ ਕੀਤੀ ਹੋਈ, ਪਰ ਲੋਕਾਂ ਨੇ ਉਹਦੇ ਅਰਥ ਹੋਰ ਲਾ ਲਏ ਸੀ। ਸ਼ਬਦ ਮਾੜੇ ਨਹੀਂ ਹੁੰਦੇ, ਉਹਨਾਂ ਪਿੱਛੇ ਮਨਸਾ ਜੇ ਮਾੜੀ ਹੋਵੇ ਤਾਂ ਉਹ ਸ਼ਬਦ ਮਲਨ ਹੋ ਜਾਂਦੇ ਆ। ਮਸੰਦ ਸ਼ਬਦ ਕਿਹੜਾ ਮਾੜਾ ਸੀ? ਮਲਨ ਤੇ ਭ੍ਰਸ਼ਟ ਲੋਕਾਂ ਨੇ ਉਸ ਮਸੰਦ ਸ਼ਬਦ ਨੂੰ ਮਾੜਾ ਕਰ ਦਿੱਤਾ। ਹੁਣ ਜਿਹਨੂੰ ਮਾੜਾ ਕਹਿਣਾ ਹੋਵੇ ਆਪਾਂ ਕਹਿੰਦੇ ਮਸੰਦ ਹੈ। ਮਸੰਦ ਪਤਾ ਕਿੰਨਾ ਪਵਿੱਤਰ ਸ਼ਬਦ ਹੈ। ਮਸੰਦ ਦਾ ਮਤਲਬ ਹੈ ਗੁਰੂ ਦੀ ਮਸਨਦ ਨਾਲ ਜੁੜਿਆ ਹੋਇਆ। ਮਸਨਦ ਗੱਦੀ ਨੂੰ ਕਹਿੰਦੇ, ਜਿਹੜਾ ਗੁਰੂ ਦੀ ਗੱਦੀ ਨਾਲ ਜੁੜਿਆ ਹੋਵੇ, ਜੁੜ ਕੇ ਕੰਮ ਕਰੇ ਗੁਰੂ ਨਾਲ, ਉਹਨੂੰ ਕਹਿੰਦੇ ਨੇ ਮਸੰਦ। ਪਰ ਮਾੜੇ ਕਿਰਦਾਰ ਦੇ ਮਸੰਦਾਂ ਨੇ ਮਸੰਦ ਸ਼ਬਦ ਹੀ ਭ੍ਰਸ਼ਟ ਕਰ ਦਿੱਤਾ। ਏਦਾਂ ਰਾਮ ਜਨੀ ਸ਼ਬਦ ਮਾੜਾ ਨਹੀਂ ਸੀ, ਉਹ ਬਣਾ ਦਿੱਤਾ ਮਨਸਾ ਨੇ। ਮਹਾਂਪੁਰਸ਼ ਤਾਂ ਇਸ ਕਰਕੇ ਕਹਿੰਦੇ ਸੀ, ਹੁਣ ਮਾਈ ਨੂੰ ਗੁੱਸਾ ਲੱਗ ਗਿਆ ਵੀ ਮੇਰੀ ਧਨਵੰਤੀ ਨੂੰਹ ਨੂੰ ਇਹ ਰਾਮ ਜਨੀ ਕਹਿੰਦੇ ਆ, ਨਾਲੇ ਆ ਕੇ ਰੋਟੀਆਂ ਖਾਂਦੇ ਇੱਥੇ ਸਾਡੇ ਘਰੇ। ਅਗਲੀ ਪੰਕਤੀ 'ਚ ਫਿਰ ਕਹਿੰਦੇ, ਲੈ ਰਾਖਿਓ ਰਾਮ ਜਨੀਆਂ ਨਾਓ। ਇਹਨਾਂ ਨੇ ਰਾਮ ਜਨੀਆਂ ਨਾਂ ਰੱਖ ਦਿੱਤਾ ਲਿਆ ਕੇ। ਇਹ ਕੋਈ ਨਾਂ ਆ ਭਲਾ? ਇਹਨਾਂ ਨੂੰ ਸਮਝ ਨਹੀਂ ਹੈ ਵੀ ਇਦਾਂ ਦਾ ਨਾਂ ਰੱਖੀਦਾ। ਹਾਂਜੀ, ਇਹਨਾਂ ਮੁੰਡਿਆਂ ਮੇਰਾ ਘਰ ਤੁੰਦਰਾਵਾ। ਇਹਨਾਂ ਮੁੰਡਿਆਂ ਨੇ, ਮੁੰਡੇ ਹੀ ਦੱਸਦੀ ਉਹਨਾਂ ਨੂੰ, ਆਹ ਜਿਹੜੇ ਮੁੰਡੇ, ਆਹ ਮੁੰਡੇ ਬੈਠੇ ਆ ਇੱਥੇ ਆ ਕੇ, ਸਾਧੂਆਂ ਨੂੰ ਕਹਿੰਦੀ, ਇਹਨਾਂ ਮੁੰਡਿਆਂ ਨੇ ਮੇਰਾ ਘਰ ਜਿਹੜਾ ਆ ਉਹ ਤੁੰਦਰਾਵਾ ਕਰ ਛੱਡਿਆ। ਨਾ ਕਬੀਰ ਨੂੰ ਜੁਲਾਇਆ ਦੀ ਕਿਰਤ ਕਰਨ ਦਿੰਦੇ, ਉਹਨੂੰ ਖੱਡੀ ਤੇ ਨਹੀਂ ਬਹਿਣ ਦਿੰਦੇ, ਆਪ ਵਿਹਲੜ ਮੇਰੇ ਪੁੱਤ ਨੂੰ ਵੀ ਆਪਣੇ ਨਾਲ ਲਾਇਆ ਹੋਇਆ। ਅੱਗੇ ਦੱਸਦੇ ਆ ਫਿਰ, ਬਿਟਵੈ ਰਾਮ ਰਮਊਆ ਲਾਵਾ। ਯੂਪੀ ਦਾ ਇਲਾਕਾ ਹੈ ਨਾ, ਬਨਾਰਸ। ਆਪਾਂ ਬੇਟਾ ਕਹਿ ਦਿੰਦੇ, ਬਿਟਵਾ। ਉੱਥੋਂ ਦੀ ਬੋਲੀ ਕਬੀਰ ਜੀ ਵਰਤਦੇ ਆ। ਬਿਟਵਾ ਹੈ ਰਾਮ ਰਮਊਆ ਲਾਵਾ। ਮੇਰੇ ਬਿਟਵੇ ਨੂੰ, ਮੇਰੇ ਪੁੱਤਰ ਨੂੰ ਇਹਨਾਂ ਨੇ ਰਾਮ ਰਾਮ ਰਮਊਆ ਰਮਊਆ ਕਰਨ ਲਾ ਦਿੱਤਾ। ਇਹ ਸਾਡੀ ਕੋਲ ਚ ਕਹਿੰਦੇ ਕਦੇ ਰਾਮ ਰਾਮ ਜਪਿਆ ਸੀ। ਇਹਨਾਂ ਦੇ ਮੇਰਾ ਘਰ ਹੀ ਧੁੰਦਰਾਵਾ ਕਰ ਦਿੱਤਾ, ਹੋਰ ਹੀ ਬਣਾ ਦਿੱਤਾ, ਘਰ ਦਾ ਮਾਹੌਲ ਹੀ ਬਦਲ ਦਿੱਤਾ ਇਹ ਮੁੰਡਿਆਂ ਨੇ। ਕਬੀਰ ਜੀ ਮਹਾਰਾਜ ਜੀ ਨੇ ਮਾਤਾ ਦੇ ਸ਼ਬਦ ਸੁਣੇ। ਹਾਲਾਂਕਿ ਇਹਨਾਂ ਦੇ ਅੰਤਰੀਵੀ ਅਰਥ ਨੇ ਪੰਕਤੀਆਂ ਦੇ। ਏਦਾਂ ਵੀ ਮਹਾਂਪੁਰਸ਼ ਅਰਥ ਕਰਦੇ ਆ, ਮੇਰੀ ਬਹੁਰੀਆ ਕੋ ਧਨੀਆ ਨਾਓ। ਮੇਰੀ ਜਿਹੜੀ ਬੁੱਧੀ ਰੂਪੀ ਬਹੁਰੀਆ ਸੀ, ਉਹ ਹਮੇਸ਼ਾ ਪਹਿਲਾਂ ਧਨ ਵਾਲੇ ਪਾਸੇ ਦੌੜਦੀ ਸੀ। ਧਨੀਆ ਨਾਓ, ਉਹ ਮਾਇਆ ਵਾਲੇ ਪਾਸੇ ਦੌੜਦੀ ਸੀ, ਭਜਦੀ ਸੀ। ਜਦੋਂ ਦੇ ਰੱਬ ਦੇ ਪਿਆਰਿਆਂ ਦੀ ਸੰਗਤ ਮਿਲੀ, ਉਦੋਂ ਦੀ ਇਹ ਰਾਮ ਜਨੀ ਹੋ ਗਈ ਹੈ। ਪਹਿਲਾਂ ਮਾਇਆ ਵਾਲੇ ਪਾਸੇ ਦੌੜਦੀ ਸੀ, ਹੁਣ ਇਸ ਬੁੱਧੀ ਦੇ ਵਿੱਚ ਰਾਮ 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 ਦਾ ਚਿੰਤਨ ਚੱਲ ਪਿਆ। ਆ ਜਿਹੜੇ ਮੁੰਡੇ, ਯਾਨੀ ਕਿ ਇਹ ਮਹਾਂਪੁਰਸ਼ ਸਾਧੂ ਜਿਹੜੇ ਨੇ, ਇਹਨਾਂ ਨੇ ਮੇਰਾ ਜਿਹੜਾ ਉਹ ਅਵਿਦਿਆ ਰੂਪੀ ਘਰ ਸੀ ਉਹ ਬਦਲ ਦਿੱਤਾ, ਤਬਦੀਲ ਕਰ ਦਿੱਤਾ। ਮੇਰਾ ਜਿਹੜਾ ਇਹ ਮਨ ਰੂਪੀ ਬੇਟਾ ਸੀ, ਬਿਟਵਾ ਇੱਥੇ ਮਨ ਨੂੰ ਵੀ ਕਿਹਾ, ਮੇਰਾ ਜਿਹੜਾ ਮਨ ਰੂਪੀ ਬੇਟਾ ਸੀ ਉਹਨੂੰ ਰੱਬ ਦੇ ਪਿਆਰਿਆਂ ਨੇ ਰਾਮ ਰਾਮ ਕਰਨ ਲਾ ਦਿੱਤਾ। ਇਹ ਅੰਤਰੀਵੀ ਅਰਥ ਵੀ ਨੇ। ਤੋ ਕਬੀਰ ਜੀ ਮਹਾਰਾਜ ਜੀ ਦੀ ਮਾਤਾ ਨੇ ਜਦੋਂ ਇਹ ਬਚਨ ਕਹੇ, ਹੁਣ ਅੱਗੋਂ ਕਬੀਰ ਜੀ ਬੋਲੇ। ਹਾਂਜੀ, ਰਹਾਉ ਕਹਿਤ ਕਬੀਰ ਸੁਨੋ ਮੇਰੀ ਮਾਈ। ਏ ਮੇਰੀ ਮਾਈ ਸੁਣ, ਕਬੀਰ ਜੀ ਕਹਿੰਦੇ, ਸੁਣ ਮੇਰੀ ਮਾਤਾ, ਸੁਣ, ਧਿਆਨ ਨਾਲ ਸੁਣ। ਹਾਂਜੀ, ਇਹਨਾਂ ਮੁੰਡਿਆਂ ਮੇਰੀ ਜਾਤ ਗਵਾਏ। ਅੱਜ ਨਾ ਮੁੰਡਿਆਂ ਨੂੰ ਤੂੰ ਮਾੜਾ ਕਹਿਨੀ ਆ ਨਾ, ਇਹ ਜਿਹੜੇ ਮੁੰਡੇ ਆਏ ਆ ਘਰ ਸਾਧੂ, ਇਹ ਮਹਾਤਮਾ, ਇਹਨਾਂ ਨੇ ਮੇਰੀ ਨੀਚ ਜਾਤ ਦੂਰ ਕਰ ਦਿੱਤੀ ਹੈ। ਮੈਨੂੰ ਤਾਂ ਨੀਚ ਜਾਤ ਵਾਲਾ ਜੁਲਾਹਾ ਕਹਿੰਦੇ ਸੀ, ਇਹਨਾਂ ਮੇਰੀ ਨੀਚ ਜਾਤ ਗਵਾ ਦਿੱਤੀ ਹੈ। ਤੇ ਵੇਖ ਅੱਜ ਉੱਚੀਆਂ ਉੱਚੀਆਂ ਜਾਤੀਆਂ ਵਾਲੇ ਤੇਰੇ ਪੁੱਤ ਨੂੰ ਮਿਲਣ ਆਉਂਦੇ ਆ।
ਉਹ ਇਹਨਾਂ ਸਾਧੂਆਂ ਦੀ ਸੰਗਤ ਦਾ ਪ੍ਰਤਾਪ ਹੈ। ਇਹ ਰੱਬ ਦੇ ਪਿਆਰਿਆਂ ਦੀ ਸੰਗਤ ਦਾ ਪ੍ਰਤਾਪ ਹੈ। ਇਹਨਾਂ ਨੇ ਮੇਰਾ ਉਹ ਘਰ ਬਦਲਿਆ, ਧੁੰਦਰਾਵਾ ਕੀਤਾ। ਮੇਰੀ ਜਿਹੜੀ ਨੀਚ ਜਾਤ ਸੀ, ਲੋਕ ਕਹਿੰਦੇ ਸੀ ਨੀਵੀਂ ਜਾਤੀ ਦਾ, ਨੀਵੀਂ ਜਾਤੀ ਦਾ, ਉਹ ਜਾਤ ਇਹਨਾਂ ਨੇ ਗਵਾਈ, ਇਹਨਾਂ ਨੇ ਦੂਰ ਕੀਤੀ ਤੇ ਮੇਰੇ ਇਸ ਮਨ ਨੂੰ ਰਾਮ ਨਾਮ ਦੇ ਸਿਮਰਨ ਵਿੱਚ ਲਾ ਦਿੱਤਾ। ਮਾਈ, ਇਹਨਾਂ ਮਹਾਂਪੁਰਸ਼ਾਂ ਸਾਧੂਆਂ ਨੂੰ ਮਾੜਾ ਨਾ ਆਖੀ। ਇਹ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਹੀ ਪ੍ਰਤਾਪ ਹੈ। ਇਹ ਸਾਧੂਆਂ ਦੀ ਸੰਗਤ ਦਾ ਹੀ ਪ੍ਰਤਾਪ ਹੈ। ਬੜਿਆਂ ਆਖਿਆ ਕਬੀਰ ਵਿਗੜ ਗਿਆ, ਵਿਗੜ ਗਿਆ। ਕਹਿੰਦੇ ਹਾਂ, ਵਾਕਈ ਵਿਗੜ ਗਿਆ। ਇਹਨਾਂ ਸਾਧੂਆਂ ਦੇ ਸੰਗ ਨੇ ਮੈਨੂੰ ਵਿਗਾੜ ਦਿੱਤਾ। ਦੁਨੀਆ ਵੱਲੋਂ ਵਿਗਾੜ ਕੇ ਰਾਮ ਵਾਲੇ ਪਾਸੇ ਲਾ ਦਿੱਤਾ।